ਸਤਿ ਸ਼੍ਰੀ ਅਕਾਲ ਜੀ। ਮੈਂ ਕਿਰਨ ਸ਼ਾਹ ਰਚਨਾ ਕਵਿਤਾ ਮੇਰੀ ਰੂਹ ਚੈਨਲ ਨੂੰ ਸੁਣਨ ਵਾਲੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੀ ਹਾਂ। ਸੋ ਪ੍ਰੋਗਰਾਮ ਦਿਲ ਦੀਆਂ ਗੱਲਾਂ ਐਪੀਸੋਡ 3 ਲੈ ਕੇ ਹਾਜ਼ਰ ਹੋਈ ਹਾਂ। ਅੱਜ ਅਸੀਂ ਦਿਲ ਦੀਆਂ ਗੱਲਾਂ ਕਰਾਂਗੇ ਇੱਕ ਐਸੀ ਲੇਖਿਕਾ ਦੇ ਨਾਲ ਜਿਨ੍ਹਾਂ ਨੇ ਕਵਿਤਾਵਾਂ, ਗਜ਼ਲਾਂ, ਗੀਤ, ਕਹਾਣੀਆਂ ਲਿਖ ਕੇ ਪੰਜਾਬੀ ਸਾਹਿਤ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਈ ਹੈ। ਸੋ ਅੱਜ ਤੁਹਾਡੇ ਰੂਬਰੂ ਕਰਵਾਉਣ ਜਾ ਰਹੀ ਹਾਂ ਹਰਦੀਪ ਬਾਵਾ ਜੀ ਨੂੰ। ਸਤਿ ਸ਼੍ਰੀ ਅਕਾਲ ਹਰਦੀਪ ਬਾਵਾ ਜੀ, ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਕਿਰਨ, ਬਹੁਤ ਬਹੁਤ ਸ਼ੁਕਰੀਆ ਜੀ। ਕੀ ਹਾਲ ਚਾਲ? ਹਾਂਜੀ ਮੈਂ ਠੀਕ ਹਾਂ, ਤੁਸੀਂ ਦੱਸੋ ਠੀਕ ਹੋ? ਹਾਂਜੀ ਬਿਲਕੁਲ ਠੀਕ, ਤੁਸੀਂ ਸੁਣਾਓ? ਬਸ ਵਧੀਆ ਜੀ। ਓਕੇ। ਸੋ ਹਰਦੀਪ ਬਾਵਾ ਜੀ, ਸਭ ਤੋਂ ਪਹਿਲਾਂ ਸਾਨੂੰ ਦੱਸੋ ਕਿ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਅਤੇ ਆਪਣੇ ਮਾਤਾ ਪਿਤਾ ਜੀ ਬਾਰੇ ਉਹਨਾਂ ਦਾ ਨਾਮ ਦੱਸੋ। ਹਾਂਜੀ ਕਿਰਨ ਜੀ, ਮੇਰੇ ਪਿੰਡ ਦਾ ਨਾਮ ਹੈ ਸ਼ਹਿਣਾ, ਜੋ ਕਿ ਬਰਨਾਲੇ ਜ਼ਿਲ੍ਹੇ ਵਿੱਚ ਪੈਂਦਾ ਹੈ। ਹਾਂਜੀ ਹਾਂਜੀ, ਮੇਰੇ ਪਿਤਾ ਦਾ ਨਾਮ ਡਾਕਟਰ ਚਰਨਜੀਤ ਸਿੰਘ ਜੀ ਅਤੇ ਮੇਰੀ ਮਾਤਾ ਦਾ ਨਾਮ ਹੈ ਗੁਰਮੀਤ ਕੌਰ। ਜੀ ਜੀ। ਹਾਂਜੀ। ਸੋ ਹਰਦੀਪ ਬਾਵਾ ਜੀ, ਆਪਣੀ ਵਿਦਿਆ ਪ੍ਰਾਪਤੀ ਕਰਕੇ ਫਿਰ ਨੌਕਰੀ ਵਗੈਰਾ ਕਿੱਥੇ ਕੀਤੀ, ਕਦੋਂ ਕੀਤੀ, ਇਸ ਦੇ ਬਾਰੇ ਕੁਝ ਦੱਸੋ। ਹਾਂਜੀ, ਅਗਰ ਮੈਂ ਆਪਣੀ ਐਜੂਕੇਸ਼ਨ ਦੀ ਗੱਲ ਕਰਾਂ, ਮੈਂ ਆਪਣੀ ਐਜੂਕੇਸ਼ਨ ਕਿੱਥੋਂ ਗੇਨ ਕੀਤੀ ਆ। ਜਿਹੜੀ ਮੇਰੀ ਮੁੱਢਲੀ ਪੜ੍ਹਾਈ ਆ ਉਹ ਮੈਂ ਪਿੰਡ ਸ਼ਹਿਣਾ ਤੋਂ ਹੀ ਕੀਤੀ ਹੈ ਜੀ। ਉਸ ਤੋਂ ਬਾਅਦ ਗ੍ਰੈਜੂਏਸ਼ਨ ਮੈਂ ST ਕਾਲਜ ਬਰਨਾਲਾ ਤੋਂ ਕੀਤੀ ਜੀ। ਉਸ ਤੋਂ ਬਾਅਦ 1 ਸਾਲ ਦਾ ਮੈਂ ਕੰਪਿਊਟਰ ਦਾ ਡਿਪਲੋਮਾ ਕੀਤਾ ਲਵਲੀ ਯੂਨੀਵਰਸਿਟੀ ਤੋਂ। ਹਾਂਜੀ। ਇਸ ਤੋਂ ਇਲਾਵਾ ਮੈਂ MA ਆ ਜੀ, MA ਪੰਜਾਬੀ, MA ਇੰਗਲਿਸ਼, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ। ਜੀ ਜੀ। ਅਗਰ ਮੈਂ ਗੱਲ ਕਰਾਂ ਆਪਣੀ ਨੌਕਰੀ ਬਾਰੇ, ਹਾਂਜੀ, ਤਾਂ ਸ਼ੁਰੂ ਵਿੱਚ ਮੈਂ 1-2 ਸਕੂਲਾਂ ਵਿੱਚ ਪੜ੍ਹਾਇਆ ਹੈ। ਹਾਂਜੀ। ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਾਇਆ ਹੈ B.Ed ਕਰਨ ਤੋਂ ਬਾਅਦ ਜੀ। ਅਤੇ ਉਸ ਤੋਂ ਬਾਅਦ ਅੱਜ ਮੈਂ ਆਂਗਨਵਾੜੀ ਡਿਪਾਰਟਮੈਂਟ ਵਿੱਚ ਕੰਮ ਕਰਦੀ ਹਾਂ। ਡਿਪਾਰਟਮੈਂਟ ਵਿੱਚ ਕੰਮ ਕਰਦੇ ਹੋਏ 10 ਸਾਲ ਹੋ ਗਏ ਨੇ ਜੀ। ਹਾਂਜੀ, ਬਹੁਤ ਵਧੀਆ ਜੀ। ਹਾਂਜੀ, ਮੈਂ ਦੱਸਣਾ ਚਾਹਾਂਗੀ ਕਿ ਆਂਗਨਵਾੜੀ 'ਚ ਬੜੇ ਛੋਟੇ ਛੋਟੇ ਬੱਚੇ ਹੁੰਦੇ ਨੇ। ਹਾਂਜੀ। ਤਾਂ ਬੜੀ ਹੀ ਮਾਸੂਮੀਅਤ ਵਿੱਚ ਰਹਿੰਦੀ ਹਾਂ ਮੈਂ। ਹਾਂ ਬਿਲਕੁਲ ਜੀ। ਹਾਂਜੀ। ਸੋ ਹਰਦੀਪ ਜੀ, ਤੁਸੀਂ ਲਿਖਣਾ ਕਦੋਂ ਸ਼ੁਰੂ ਕੀਤਾ? ਕਿ ਤੁਹਾਨੂੰ ਸਾਹਿਤਕ ਲਗਨ ਵਿਰਾਸਤ ਵਿੱਚ ਮਿਲੀ ਜਾਂ ਸਮੇਂ ਦੇ ਨਾਲ ਤੁਸੀਂ ਆਪਣੀ ਅਨੁਭਵ ਪ੍ਰਗਟ ਕਰਨ ਦਾ ਸਾਧਨ ਲੱਭਿਆ? ਹਾਂਜੀ, ਮੈਂ ਦੱਸਣਾ ਚਾਹੂੰਗੀ ਕਿ ਜਿਹੜਾ ਲਿਖਣ ਮੈਂ ਸ਼ੁਰੂ ਕੀਤਾ ਇਹ ਮੈਂ 16-17 ਸਾਲ ਦੀ ਉਮਰ 'ਚ ਸ਼ੁਰੂ ਕੀਤਾ। ਪਰ ਉਸ ਤੋਂ ਪਹਿਲਾਂ ਸਕੂਲ ਟਾਈਮ ਮੇਰਾ ਜਾਣੀ ਕਿ ਬੜਾ ਰੁਝਾਨ ਸੀ ਇਸ ਸਾਹਿਤ ਵੱਲ। ਸ਼ੁਰੂ ਵਿੱਚ ਮੇਰਾ ਰੁਝਾਨ ਜ਼ਿਆਦਾ ਸੰਗੀਤ ਵੱਲ ਸੀਗਾ। ਸਕੂਲ ਵਿੱਚ ਜਿਹੜੇ ਕੰਪੀਟੀਸ਼ਨ ਹੁੰਦੇ ਸੀ ਉਹਨਾਂ ਵਿੱਚ ਮੈਂ ਭਾਗ ਲੈਂਦੀ ਸੀਗੀ। ਗੀਤ ਗਾਉਂਦੀ ਸੀ ਮੈਂ ਬਚਪਨ ਤੋਂ, ਮੈਨੂੰ ਗਾਉਣ ਦਾ ਬੜਾ ਸ਼ੌਂਕ ਰਿਹਾ। ਗੀਤ ਗਾਉਣੇ, ਗਿੱਧੇ ਵਿੱਚ ਭਾਗ ਲੈਣਾ, ਸ਼ਬਦ ਗਾਇਨ ਮੁਕਾਬਲਾ। ਵੈਰੀ ਗੁੱਡ। ਤੇ ਪਲੇ ਹੁੰਦੇ ਸਕੂਲ ਦੇ, ਉਹਨਾਂ ਵਿੱਚ ਮੈਂ ਪਾਰਟੀਸਪੇਟ ਕਰਦੀ। ਇਹ ਕਿਤਾਬਾਂ ਪੜ੍ਹਨੀਆਂ ਲਾਇਬ੍ਰੇਰੀ 'ਚੋਂ ਲੈ ਕੇ, ਅਖਬਾਰ ਪੜ੍ਹਨਾ, ਸਾਹਿਤਕ ਮੈਗਜ਼ੀਨ ਪੜ੍ਹਨੀ। ਸੋ ਇਹ ਪੜ੍ਹਦੇ ਮੈਂ ਲਿਖਣ ਲੱਗ ਗਈ। ਹਾਂਜੀ ਹਾਂਜੀ। ਇਹ ਮੈਨੂੰ ਕੋਈ ਵਿਰਾਸਤ ਵਿੱਚ ਨਹੀਂ ਮਿਲਿਆ। ਸਾਡੇ ਪਰਿਵਾਰ ਵਿੱਚੋਂ ਕੋਈ ਵੀ ਨਹੀਂ ਲਿਖਦਾ। ਈਵਨ ਕੋਈ ਕਿਤਾਬ ਵੀ ਨਹੀਂ ਪੜ੍ਹਨ ਦਾ ਸ਼ੌਕੀਨ ਹੈਗਾ। ਅੱਛਾ ਜੀ। ਹਾਂਜੀ। ਘਰ ਵਿੱਚ ਮੈਨੂੰ ਬਿਲਕੁਲ ਮਾਹੌਲ ਨਹੀਂ ਮਿਲਿਆ ਸਾਹਿਤਕ। ਈਵਨ ਮੇਰੇ ਜਿਹੜੇ ਪਿਤਾ ਨੇ ਉਹ ਬਿਲਕੁਲ ਅਗੇਂਸਟ ਨੇ ਮੇਰੇ ਲਿਖਣ ਦੇ। ਉਹਨਾਂ ਨੂੰ ਬਿਲਕੁਲ ਪਸੰਦ ਨਹੀਂ ਹੈਗਾ ਮੇਰਾ ਸਾਹਿਤਕ ਰੁਝਾਨ। ਹਾਂਜੀ, ਇਹ ਪ੍ਰੋਬਲਮ ਇੱਕ ਬਹੁਤ ਵੱਡਾ ਦੁਖਾਂਤ ਹੈ। ਬਿਲਕੁਲ ਬਿਲਕੁਲ ਜੀ। ਹਾਂਜੀ। ਹਰਦੀਪ ਬਾਵਾ ਜੀ, ਤੁਸੀਂ ਲਿਖਣ ਦੀ ਸ਼ੁਰੂਆਤ ਕਵਿਤਾ ਤੋਂ ਜਾਂ ਵਾਰਤਕ ਤੋਂ ਕੀਤੀ? ਜੋ ਕੁਝ ਤੁਸੀਂ ਸਭ ਤੋਂ ਪਹਿਲਾਂ ਲਿਖਿਆ ਕਿ ਉਹ ਸਾਂਭਿਆ ਹੈ ਜਾਂ ਸੁੱਟ ਦਿੱਤਾ? ਹਾਂਜੀ, ਜਿਹੜੀ ਮੈਂ ਆਪਣੀ ਸ਼ੁਰੂਆਤ ਕੀਤੀ ਉਹ ਕਵਿਤਾਵਾਂ ਤੋਂ ਕੀਤੀ ਤੇ ਨਾਲ ਮੈਂ ਗੀਤਾਂ ਤੋਂ ਕੀਤੀ। ਸ਼ੁਰੂ ਮੈਂ ਕਵਿਤਾਵਾਂ ਤੇ ਗੀਤ ਲਿਖਣ ਲੱਗੀ ਸੀ। ਹਾਂਜੀ। ਤੇ ਅਗਰ ਮੈਂ ਸੰਭਾਲਣ ਦੀ ਗੱਲ ਕਰਾਂ, ਹਾਂਜੀ, ਮੈਂ ਸੰਭਾਲਿਆ ਹੋਇਆ ਜੋ ਵੀ ਉਸ ਸਮੇਂ ਲਿਖਦੀ ਸੀਗੀ ਜੀ। ਹਾਂਜੀ, ਜਿੱਦਾਂ ਦੀ ਉਮਰ ਸੀਗੀ ਉਸ ਹਿਸਾਬ ਨਾਲ ਲਿਖਿਆ। ਉਸ ਸਮੇਂ ਥੋੜਾ ਜਿਹਾ ਰੋਮਾਂਟਿਕ ਜਿਹਾ ਲਿਖਦੀ ਸੀ। ਉਮਰ ਸੀ ਇਸ ਤਰ੍ਹਾਂ ਦੀ 16-17 ਸਾਲ ਦੀ ਉਮਰ ਵਿੱਚ। ਬਿਲਕੁਲ। ਅਗਰ ਤੁਸੀਂ ਕਹੋ ਤਾਂ ਮੈਂ ਸੁਣਾ ਦਿੰਦੀ ਹਾਂ ਜੋ ਉਸ ਟਾਈਮ। ਜ਼ਰੂਰ 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 ਸੁਣਾਉਣਾ, ਕਿਉਂ ਨਹੀਂ, ਸੁਣਾਓ ਜੀ। ਹਾਂਜੀ, ਇੱਕ ਕਵਿਤਾ ਹੈ ਜੀ ਟਾਈਮ ਲਿਖੀ।
ਜੇ ਮੈਂ ਹੋਵਾਂ ਕਵਿਤਾ ਦਾ ਸਿਰਲੇਖ ਹੈ ਜੀ। ਜੇ ਮੈਂ ਹੋਵਾਂ ਜੀ ਜੀ। ਜੇ ਮੈਂ ਹੋਵਾਂ ਚਾਂਦਨੀ ਤੇਰੇ ਵਿਹੜੇ ਨੂੰ ਦੀਪ ਬਣ ਰੁਸ਼ਨਾਵਾਂ। ਜੇ ਮੈਂ ਹੋਵਾਂ ਚਾਂਦਨੀ ਤੇਰੇ ਵਿਹੜੇ ਨੂੰ ਦੀਪ ਬਣ ਰੁਸ਼ਨਾਵਾਂ। ਜੇ ਮੈਂ ਹੋਵਾਂ ਧੜਕਣ ਤੇਰੇ ਦਿਲ ਵਿੱਚ ਧੜਕਦੀ ਜਾਵਾਂ। ਜੇ ਮੈਂ ਹੋਵਾਂ ਤੇਰੀ ਅੱਖ ਦਾ ਹੰਝੂ, ਜੇ ਮੈਂ ਹੋਵਾਂ ਤੇਰੀ ਅੱਖ ਦਾ ਹੰਝੂ ਤੇਰੇ ਨੈਣਾਂ ਚੋਂ ਕਦੇ ਬਾਹਰ ਨਾ ਆਵਾਂ। ਜੇ ਮੈਂ ਹੋਵਾਂ ਤੇਰੇ ਬੁੱਲ੍ਹਾਂ ਦੀ ਮੁਸਕਾਨ, ਜੇ ਮੈਂ ਹੋਵਾਂ ਤੇਰੇ ਬੁੱਲ੍ਹਾਂ ਦੀ ਮੁਸਕਾਨ, ਮੈਂ ਸਦਾ ਹੱਸਦੀ ਹੀ ਜਾਵਾਂ। ਜੇ ਮੈਂ ਹੋਵਾਂ, ਜੇ ਮੈਂ ਹੋਵਾਂ। ਜੀ ਜੀ, ਵਾਹ ਜੀ ਵਾਹ, ਬਹੁਤ ਵਧੀਆ ਆਵਾਜ਼, ਬਹੁਤ ਵਧੀਆ ਪੋਇਟਰੀ ਤੁਹਾਡੀ। ਬਹੁਤ ਬਹੁਤ ਸ਼ੁਕਰੀਆ ਕਿਰਨ ਜੀ। ਸੋ ਹਰਦੀਪ ਜੀ, ਸਾਰੇ ਸੁਣ ਰਹੇ ਸਰੋਤਿਆਂ ਨੂੰ ਆਪਣੀ ਕੋਈ ਗੀਤ ਵੀ ਸੁਣਾ ਸਕਦੇ ਹੋ ਤੁਸੀਂ ਤਾਂ ਜ਼ਰੂਰ ਸੁਣਾਓ। ਹਾਂਜੀ, ਮੈਂ ਗੀਤ ਵੀ ਲਿਖਦੀ ਹਾਂ, ਮੈਂ ਤੁਹਾਨੂੰ ਗੀਤ ਵੀ ਸੁਣਾਉਂਗੀ ਜ਼ਰੂਰ। ਹਾਂਜੀ ਹਾਂਜੀ, ਇਹ ਗੀਤ ਹੈ ਜੀ ਕੁੜੀਆਂ ਤੇ ਲਿਖਿਆ। ਕੁੜੀਆਂ ਨੂੰ ਇਸ ਵਿੱਚ ਸ਼ਕਤੀ ਦੇ ਰੂਪ ਵਿੱਚ ਪੇਸ਼ ਕੀਤਾ ਹੈ। ਹਾਂਜੀ, ਸੁਣਾ ਰਹੀ ਹਾਂ ਤੁਹਾਨੂੰ ਗੀਤ ਜੀ। ਚਿੜੀਆਂ ਨਹੀਂ ਹੋ ਡਰਦੀਆਂ ਹੁਣ ਕਾਮਾਂ ਦੀਆਂ ਡਾਰਾਂ ਤੋਂ, ਚਿੜੀਆਂ ਨਹੀਂ ਹੋ ਡਰਦੀਆਂ ਹੁਣ ਕਾਮਾਂ ਦੀਆਂ ਡਾਰਾਂ ਤੋਂ। ਵਾਹ ਫਿਤਨਾ ਤੂੰ ਬੰਦਿਆ ਇਹਨਾਂ ਦੀਆਂ ਸਾਰਾਂ ਤੋਂ, ਵਾਹ ਫਿਤਨਾ ਤੂੰ ਬੰਦਿਆ ਇਹਨਾਂ ਦੀਆਂ ਸਾਰਾਂ ਤੋਂ। ਜੀ, ਬਹੁਤ ਵਧੀਆ, ਬਹੁਤ ਖੂਬਸੂਰਤ ਆਵਾਜ਼ ਤੁਹਾਡੀ। ਸ਼ੁਕਰੀਆ ਕਿਰਨ। ਹਰਦੀਪ ਬਾਬਾ ਜੀ, ਹੁਣ ਤੱਕ ਤੁਹਾਡੀਆਂ ਕਿੰਨੀਆਂ ਕਿਤਾਬਾਂ ਮਾਰਕੀਟ ਵਿੱਚ ਆਈਆਂ ਹਨ? ਹਾਂਜੀ, ਮੇਰੀਆਂ ਹੁਣ ਤੱਕ 2 ਕਿਤਾਬਾਂ ਮਾਰਕੀਟ ਵਿੱਚ ਆ ਚੁੱਕੀਆਂ ਨੇ। ਸਾਲ 2021 ਵਿੱਚ ਮੇਰੀ ਪਹਿਲੀ ਮੌਲਿਕ ਕਿਤਾਬ ਆਈ, ਉਸ ਦਾ ਨਾਮ ਹੈ ਜੀ ਮਨ ਦੇ ਸਫ਼ੇ ਤੋਂ। ਇਸ ਕਿਤਾਬ ਨੂੰ ਬਹੁਤ ਪਸੰਦ ਕੀਤਾ ਗਿਆ, ਇਸ ਦਾ ਮੈਨੂੰ ਬਹੁਤ ਵਧੀਆ ਹੁੰਗਾਰਾ ਮਿਲਿਆ, ਇਸ ਲਈ ਮੈਨੂੰ ਬਹੁਤ ਹੀ ਮਾਨ ਸਨਮਾਨ ਵੀ ਮਿਲੇ ਜੀ। ਹਾਂਜੀ, ਬਹੁਤ ਵਧੀਆ ਜੀ। ਤੁਸੀਂ ਹੁਣ ਤੱਕ, ਅਗਰ ਮੈਂ ਦੂਸਰੀ ਗੱਲ ਕਰਾਂ ਆਪਣੀ ਦੂਸਰੀ ਕਿਤਾਬ ਬਾਰੇ ਜੋ ਰੀਸੈਂਟਲੀ ਆਈ ਹੈ ਸਾਲ 2022 ਵਿੱਚ, ਉਹ ਹੈ ਜੀ ਮੇਰੀ ਕਿੰਨਰਾਂ ਤੇ ਸੰਪਾਦਿਤ ਕਿਤਾਬ ਹੈ ਜੀ, ਜਿਸ ਦਾ ਨਾਮ ਹੈ ਜੀ ਨਾ ਨਰ ਨਾ ਨਾਰੀ। ਹਾਂਜੀ ਹਾਂਜੀ, ਜੋ ਹੁਣੀ ਰੀਸੈਂਟਲੀ ਆਈ ਹੈ, ਇਸ ਦੀ ਵੀ ਬਹੁਤ ਜ਼ਿਆਦਾ ਚਰਚਾ ਹੋ ਰਹੀ ਹੈ ਤੇ ਬਹੁਤ ਪਸੰਦ ਕੀਤਾ ਜਾ ਰਿਹਾ ਇਸ ਕਿਤਾਬ ਨੂੰ, ਕਿਉਂਕਿ ਇਹ ਇੱਕ ਵੱਖਰੀ ਜੀ ਕਿਤਾਬ ਹੈ ਜੀ। ਜੀ, ਫਿਰ ਤਾਂ ਮੁਬਾਰਕਾਂ ਜੀ, ਮੁਬਾਰਕਾਂ, ਬਹੁਤ ਵਧੀਆ ਤੁਸੀਂ ਕਿਤਾਬ ਕਰ ਰਹੇ ਜੀ। ਬਹੁਤ ਬਹੁਤ ਸ਼ੁਕਰੀਆ ਕਿਰਨ। ਤੁਸੀਂ ਹੁਣ ਤੱਕ ਕਿੰਨਾ ਕੁ ਸਾਹਿਤ ਕਿਹੜੀ ਵਿਧਾ ਵਿੱਚ ਜ਼ਿਆਦਾ ਪੜ੍ਹਿਆ ਹੈ? ਮੈਂ ਐਵੇਂ ਨਹੀਂ ਕਹਿ ਸਕਦੀ ਕਿ ਮੈਂ ਇਸ ਵਿਧਾ ਵਿੱਚ ਜ਼ਿਆਦਾ ਪੜ੍ਹਿਆ ਹੈ। ਮੈਂ ਹਰ ਵਿਧਾ ਵਿੱਚ ਸਾਹਿਤ ਪੜ੍ਹਦੀ ਹਾਂ। ਈਵਨ ਮੈਨੂੰ ਵੱਖਰੀ ਤਰ੍ਹਾਂ ਦੇ ਵਿਸ਼ਿਆਂ ਨੂੰ ਪੜ੍ਹਨ ਦਾ ਬੜਾ ਸ਼ੌਂਕ ਹੈ, ਅਲੱਗ ਜਿਹੇ ਵਿਸ਼ਿਆਂ ਨੂੰ ਪੜ੍ਹਨ ਦਾ ਸ਼ੌਂਕ ਹੈ ਜੀ। ਹਾਂਜੀ, ਮੈਂ ਕਹਾਣੀਆਂ ਵੀ ਪੜ੍ਹਦੀ ਹਾਂ, ਕਵਿਤਾਵਾਂ ਵੀ, ਗਜ਼ਲ ਵੀ। ਈਵਨ ਮੈਂ ਗਜ਼ਲ ਨਹੀਂ ਲਿਖਦੀ, ਪਰ ਮੈਂ ਗਜ਼ਲ ਪੜ੍ਹਦੀ ਹਾਂ, ਨਾਵਲ ਪੜ੍ਹਦੀ ਹਾਂ। ਹਾਂਜੀ, ਮੈਂ ਹਰ ਤਰ੍ਹਾਂ ਦਾ ਸਾਹਿਤ ਪੜ੍ਹਦੀ ਹਾਂ ਜੀ। ਜੀ ਹਰਦੀਪ ਜੀ, ਇਹ ਵੀ ਦੱਸੋ ਕਿ ਉਹ ਕਿਹੜੀਆਂ ਸਾਹਿਤਕ ਕਿਰਤਾਂ ਨੇ ਜਿਨ੍ਹਾਂ ਨੇ ਤੁਹਾਨੂੰ ਸਭ ਤੋਂ ਵੱਧ ਪ੍ਰਭਾਵਿਤ ਕੀਤਾ ਹੋਵੇ? ਹਾਂਜੀ, ਜਿਹੜੀਆਂ ਮੈਨੂੰ ਸਾਹਿਤਕ ਕਿਰਤਾਂ ਜ਼ਿਆਦਾ ਪ੍ਰਭਾਵਿਤ ਕਰਦੀਆਂ ਨੇ, ਜਿਨ੍ਹਾਂ ਵਿੱਚ ਲੋਕਾਂ ਦੇ ਦੁੱਖ ਦੀ ਗੱਲ ਕੀਤੀ ਗਈ ਹੋਵੇ, ਜਿਨ੍ਹਾਂ ਵਿੱਚ ਜਿਹੜੀਆਂ ਸਮਾਜਿਕ ਬੁਰਾਈਆਂ ਨੇ ਉਹਨਾਂ ਬਾਰੇ ਗੱਲ ਕੀਤੀ ਗਈ ਹੋਵੇ, ਜਿਨ੍ਹਾਂ ਵਿੱਚ ਪਾਠਕਾਂ ਨੂੰ ਕੁਛ ਸਿੱਖਣ ਨੂੰ ਮਿਲੇ, ਜਿਨ੍ਹਾਂ ਬਾਰੇ ਪਾਠਕਾਂ ਨੂੰ ਕੁਛ ਸੋਚਣ ਨੂੰ ਮਿਲੇ ਵੀ ਹਾਂ ਆਪਣੇ ਆਸ ਪਾਸ ਆਹ ਚੀਜ਼ਾਂ ਹੋ ਰਹੀਆਂ ਨੇ ਤੇ ਕਿਉਂ ਹੋ ਰਹੀਆਂ ਨੇ। ਸੋ ਏਦਾਂ ਦਾ ਸਾਹਿਤ ਪੜ੍ਹਨਾ ਤੇ ਏਦਾਂ ਦੇ ਸਾਹਿਤ ਦਾ ਜਿਹੜਾ ਪ੍ਰਭਾਵ ਆ, ਮੈਂ ਆਪਣੇ ਆਪ ਤੇ ਕਬੂਲਦੀ ਹਾਂ। ਹੁਣ ਤੱਕ ਅਗਰ ਮੈਂ ਗੱਲ ਕਰਾਂ ਤਾਂ ਮੋਸਟਲੀ ਮੈਨੂੰ ਪਾਸ਼ ਦੀਆਂ ਰਚਨਾਵਾਂ, ਅਮ੍ਰਿਤਾ ਪ੍ਰੀਤਮ, ਦਲੀਪ ਕੌਰ ਟਿਵਾਣਾ, ਸੰਤ ਰਾਮ ਉਦਾਸੀ, ਡਾਕਟਰ ਜੋਗਿੰਦਰ ਸਿੰਘ ਨਰਾਲਾ, ਸੋ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਕਵੀ ਨੇ ਜਿਨ੍ਹਾਂ ਨੇ ਮੈਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਹੈ। ਹਾਂਜੀ ਜੀ। ਹਰਦੀਪ ਬਾਬਾ ਜੀ, ਮਨ ਦੇ ਸਫ਼ੇ ਤੋਂ ਤੁਹਾਡੀ ਪਹਿਲੀ ਮੌਲਿਕ ਕਿਤਾਬ ਹੈ, ਹਨਾ? ਇਸ ਕਿਤਾਬ ਵਿੱਚ ਕਿੰਨਾ ਵਿਸ਼ਿਆਂ ਦੇ ਆਧਾਰਿਤ ਕਵਿਤਾਵਾਂ ਹਨ? ਆਪਣੀ ਕੋਈ ਮਨਪਸੰਦ ਕਵਿਤਾ ਵੀ ਸੁਣਾ ਸਕਦੇ ਹੋ? ਹਾਂਜੀ, ਮੇਰੀ ਸਾਲ 2021 ਵਿੱਚ ਆਈ ਮੌਲਿਕ ਕਿਤਾਬ ਮਨ ਦੇ ਸਫ਼ੇ ਤੋਂ ਦੀ ਅਗਰ ਮੈਂ ਗੱਲ ਕਰਾਂ ਤਾਂ ਉਸ ਕਿਤਾਬ ਵਿੱਚ ਜਿਹੜੇ ਵਿਸ਼ੇ ਨੇ ਉਹ ਸਮਾਜਿਕ ਵਿਸ਼ੇ ਨੇ। ਸਮਾਜਿਕ ਬੁਰਾਈਆਂ ਤੇ ਮੈਂ ਲਿਖਿਆ, ਸਮਾਜਿਕ ਬੁਰਾਈਆਂ ਨੂੰ ਮੈਂ ਆਪਣੀ ਕਵਿਤਾਵਾਂ ਰਾਹੀਂ ਦੱਸਣ ਦੀ ਕੋਸ਼ਿਸ਼ ਕੀਤੀ ਹੈ। ਹਾਂਜੀ,
ਕੋਈ ਜੇ ਯਾਦ ਹੈ ਤਾਂ ਸੁਣਾ ਸਕਦੇ ਹੋ? ਹਾਂਜੀ, ਮੈਂ ਜ਼ਰੂਰ ਸੁਣਾਉਂਗੀ ਕਿਤਾਬ ਵਿੱਚੋਂ। ਹਾਂਜੀ, ਅਗਰ ਮੈਂ ਇਸ ਕਿਤਾਬ ਦੇ ਵਿਸ਼ਿਆਂ ਨੂੰ ਦੱਸਣ ਤੇ ਆ ਜਾਂ ਤਾਂ ਇਸ ਵਿੱਚ ਮੋਸਟਲੀ ਔਰਤਾਂ ਤੇ ਗੱਲ ਕੀਤੀ ਗਈ ਹੈ। ਔਰਤਾਂ ਨਾਲ ਜੋ ਤੇਜ਼ਾਬੀ ਘਟਨਾਵਾਂ ਹੁੰਦੀਆਂ ਨੇ, ਔਰਤਾਂ ਦੇ ਜੋ ਰੇਪ ਹੋ ਰਹੇ ਨੇ, ਛੋਟੀਆਂ ਬੱਚੀਆਂ ਨਾਲ ਜੋ ਰੇਪ ਹੋ ਰਹੇ ਨੇ, ਉਸ ਤੋਂ ਬਾਅਦ ਜਿਹੜੀਆਂ ਕੁੜੀਆਂ ਨੂੰ ਅਦਾਲਤਾਂ ਵਿੱਚ ਲੜਾਈਆਂ ਲੜਨੀਆਂ ਪੈਂਦੀਆਂ ਨੇ ਇਨਸਾਫ ਲਈ, ਉਹਨਾਂ ਤੇ ਗੱਲ ਕੀਤੀ ਗਈ ਹੈ। ਇਸ ਵਿੱਚ ਦੱਬੇ ਕੁਚਲੇ ਲੋਕਾਂ ਤੇ ਗੱਲ ਕੀਤੀ ਗਈ ਹੈ। ਹਾਂਜੀ, ਸੀਰੀਆਂ ਤੇ ਗੱਲ ਕੀਤੀ ਗਈ ਆ, ਸੀਰੀ ਤੇ ਗੱਲ ਕੀਤੀ ਗਈ ਹੈ। ਹਾਂਜੀ ਹਾਂਜੀ, ਇਸ ਕਿਤਾਬ ਵਿੱਚ ਤੁਹਾਨੂੰ ਇੱਕ ਰਚਨਾ ਸੁਣਾਉਂਗੀ। ਹਾਂਜੀ ਹਾਂਜੀ ਹਾਂਜੀ, ਮੇਰੀ ਕਵਿਤਾ ਹੈ ਇਨਸਾਫ। ਇਹ ਕਵਿਤਾ ਮੈਂ ਲਿਖੀ ਆ ਇੱਕ ਰੇਪ ਪੀੜਤ ਲੜਕੀ ਤੇ ਲਿਖੀ ਆ ਜੋ ਇਨਸਾਫ ਲਈ ਲੜ ਰਹੀ ਹੈ ਲੜਾਈ। ਸੋ ਕਵਿਤਾ ਸਿਰਲੇਖ ਹੈ ਇਨਸਾਫ। ਉਂਗਲਾਂ ਦੇ ਪੋਟਿਆਂ ਤੇ ਤਰੀਕਾਂ ਗਿਣਦੇ ਗਿਣਦੇ, ਉਂਗਲਾਂ ਦੇ ਪੋਟਿਆਂ ਤੇ ਤਰੀਕਾਂ ਗਿਣਦੇ ਗਿਣਦੇ, ਬੁੱਢੇ ਪਿਓ ਦੇ ਦਿਨ ਕੀ ਤੇ ਰਾਤ ਕੀ ਬਦਸਤੂਰ ਲੰਘ ਰਹੇ ਸਨ। ਉਸ ਦੀਆਂ ਅੱਖਾਂ ਇਨਸਾਫ ਦੀ ਦੇਵੀ ਵਾਂਗ ਅੰਨੀਆਂ ਤਾਂ ਨਹੀਂ ਪਰ ਧੁੰਦਲੀਆਂ ਪੈ ਗਈਆਂ ਸਨ। ਉਸ ਦੀਆਂ ਅੱਖਾਂ ਇਨਸਾਫ ਦੀ ਦੇਵੀ ਵਾਂਗ ਅੰਨੀਆਂ ਤਾਂ ਨਹੀਂ ਪਰ ਧੁੰਦਲੀਆਂ ਪੈ ਗਈਆਂ ਸਨ। ਕਾਨੂੰਨ ਦੀਆਂ ਮੋਟੀਆਂ ਕਿਤਾਬਾਂ ਜ਼ਿੰਦਗੀ ਦਾ ਪਾਠ ਸਮਝਾਉਣ ਤੋਂ ਅਸਮਰਥ, ਕਾਨੂੰਨ ਦੀਆਂ ਮੋਟੀਆਂ ਕਿਤਾਬਾਂ ਜ਼ਿੰਦਗੀ ਦਾ ਪਾਠ ਸਮਝਾਉਣ ਤੋਂ ਅਸਮਰਥ, ਉਹ ਤਾਂ ਬਣਦੀਆਂ ਨੇ ਬੰਦ ਅਲਮਾਰੀਆਂ ਦਾ ਸ਼ਿੰਗਾਰ। ਉਹ ਤਾਂ ਬਣਦੀਆਂ ਨੇ ਬੰਦ ਅਲਮਾਰੀਆਂ ਦਾ ਸ਼ਿੰਗਾਰ। ਉੱਧਰ ਲਾਚਾਰ ਕੂੰਜ, ਉੱਧਰ ਲਾਚਾਰ ਕੂੰਜ ਮੌਤ ਰਾਣੀ ਦੀ ਗੋਦ ਵਿੱਚ ਸਮਾ ਗਈ, ਇੱਕ ਉਮੀਦ ਲੈ ਕੇ, ਇੱਕ ਉਮੀਦ ਲੈ ਕੇ ਇਨਸਾਫ ਦੀ, ਇਨਸਾਫ ਉਸਦੇ ਵਜੂਦ ਦਾ, ਇਨਸਾਫ ਉਸਦੇ ਵਜੂਦ ਦਾ। ਜੀ ਬਿਲਕੁਲ, ਬਹੁਤ ਵਧੀਆ ਲਿਖਿਆ ਤੁਸੀਂ, ਬਹੁਤ ਹੀ ਵਧੀਆ ਸੋਚ ਹੈ ਤੁਹਾਡੀ। ਸੋ ਹਰਦੀਪ ਬਾਵਾ ਜੀ, ਹੁਣ ਗੱਲ ਕਰਦੇ ਹਾਂ ਤੁਹਾਡੀ ਦੂਸਰੀ ਕਿਤਾਬ ਬਾਰੇ, ਜੋ ਕਿ ਇੱਕ ਸੰਪਾਦਿਤ ਕਿਤਾਬ ਹੈ, ਹੁਣੇ ਆਈ ਹੈ, ਨਰ ਨਾ ਨਾਰੀ ਬਾਰੇ ਕਵਿਤਾਵਾਂ ਮੁਲਾਕਾਤਾਂ ਦੀ ਪੰਜਾਬੀ ਸਾਹਿਤ ਵਿੱਚ ਪਹਿਲੀ ਕਿਤਾਬ ਹੈ। ਆਪਣੀ ਇਸ ਵੱਖਰੀ ਤੇ ਨਿਵੇਕਲੀ ਕਿਤਾਬ ਬਾਰੇ ਦੱਸੋ ਜੀ। ਤੁਹਾਡੇ ਮਨ ਵਿੱਚ ਕਿਵੇਂ ਆਇਆ ਕਿ ਮੈਂ ਕਿੰਨਰਾਂ ਦੀ ਕਿਤਾਬ ਕਰਾਂ? ਹਾਂਜੀ, ਮੈਂ ਆਪਣੀ ਸੰਪਾਦਿਤ ਕਿਤਾਬ ਨਾ ਨਰ ਨਾ ਨਾਰੀ ਬਾਰੇ ਦੱਸਣਾ ਚਾਹੂੰਗੀ। ਇਹ ਇੱਕ ਵੱਖਰੀ ਤਰ੍ਹਾਂ ਦੀ ਕਿਤਾਬ ਹੈ। ਇਹ ਕਿੰਨਰਾਂ ਤੇ ਕਵਿਤਾਵਾਂ ਤੇ ਮੁਲਾਕਾਤਾਂ ਦੀ ਪਹਿਲੀ ਕਿਤਾਬ ਹੈ ਇਹ। ਇਸ ਵਿੱਚ ਮੇਰੀਆਂ ਖੁਦ ਕਿੰਨਰਾਂ ਨਾਲ ਕੀਤੀਆਂ ਹੋਈਆਂ ਮੁਲਾਕਾਤਾਂ ਸ਼ਾਮਲ ਨੇ। ਮੁਲਾਕਾਤਾਂ ਵਿੱਚ ਮੈਂ ਕਿੰਨੂ ਮਹੰਤ ਜੀ, ਤਮੰਨਾ ਮਹੰਤ ਜੀ, ਜਸਲੀਨ ਪਟਿਆਲਾ, ਸੋਨੀਆ ਮਹੰਤ ਜੀ ਦੀਆਂ ਮੁਲਾਕਾਤਾਂ ਸ਼ਾਮਲ ਨੇ। ਇਸ ਤੋਂ ਇਲਾਵਾ ਇਸ ਵਿੱਚ ਮੇਰੀਆਂ 10 ਰਚਨਾਵਾਂ ਸ਼ਾਮਲ ਨੇ। ਸੋ ਇਸ ਦਾ ਜਿਹੜਾ ਦੂਸਰਾ ਪਾਰਟ ਹੈ, ਉਸ ਵਿੱਚ ਮੈਂ 42 ਕਵੀਆਂ ਦੀਆਂ ਰਚਨਾਵਾਂ ਸ਼ਾਮਲ ਕੀਤੀਆਂ ਨੇ ਜੋ ਕਿ ਪੰਜਾਬ ਤੋਂ ਬਾਹਰ ਬਿਲੋਂਗ ਕਰਦੇ ਨੇ। ਉਹਨਾਂ ਦੀਆਂ ਰਚਨਾਵਾਂ ਇਹਦੇ ਵਿੱਚ ਸ਼ਾਮਲ ਨੇ। ਸੋ ਇੱਕ ਵੱਖਰੀ ਤਰ੍ਹਾਂ ਦੀ ਇਹ ਕਿਤਾਬ ਹੈ। ਸੋ ਇਸ ਕਿਤਾਬ ਦਾ ਮੇਰੇ ਮਨ 'ਚ ਕਿਵੇਂ ਆਇਆ ਵੀ ਮੈਂ ਕਿਤਾਬ ਕਰਾਂ। ਸੋ ਅਸਲ ਵਿੱਚ ਇੱਕ ਪ੍ਰੋਗਰਾਮ ਹੋਇਆ ਸੀਗਾ ਮੇਰੇ ਪਿੰਡ ਸ਼ੈਣੀ। ਸੋ ਉੱਥੇ ਪ੍ਰੋਗਰਾਮ ਵਿੱਚ ਮੇਰਾ ਸਨਮਾਨ ਰੱਖਿਆ ਗਿਆ ਸੀਗਾ ਪੰਚਾਇਤ ਵੱਲੋਂ। ਸੋ ਇੱਕ ਬੜੀ ਲੰਬੀ ਜਿਹੀ ਕਹਾਣੀ ਆ ਇਸ ਪਿੱਛੇ। ਸੋ ਉਸ ਪ੍ਰੋਗਰਾਮ ਵਿੱਚ ਕਿੰਨੂ ਮਹੰਤ ਜੀ ਨੂੰ ਬੁਲਾਇਆ ਗਿਆ ਸੀਗਾ। ਸੋ ਉਹਨਾਂ ਨੂੰ ਦੇਖਣ ਤੋਂ ਬਾਅਦ ਮੇਰੇ ਮਨ ਵਿੱਚ ਪਤਾ ਨਹੀਂ ਕਿਉਂ ਵਾਰ-ਵਾਰ ਇੱਕ ਹੀ ਸਵਾਲ ਆ ਰਿਹਾ ਸੀ ਕਿ ਮੈਂ ਇਹਨਾਂ ਤੇ ਕੋਈ ਅਜੇ ਤੱਕ ਕਵਿਤਾ ਕਿਉਂ ਨਹੀਂ ਲਿਖੀ। ਸੋ ਇੰਨਾ ਮੇਰਾ ਮਨ ਹੋਇਆ ਕਿ ਮੈਂ ਇਸ ਤੋਂ ਬਾਅਦ ਉਹਨਾਂ ਦੀ ਕਵਿਤਾਵਾਂ ਵੀ ਲਿਖੀਆਂ, ਪਰ ਫਿਰ ਵੀ ਮੇਰੇ ਮਨ ਨੂੰ ਚੈਨ ਨਹੀਂ ਮਿਲਿਆ। ਫਿਰ ਮੈਂ ਉਹਨਾਂ ਦੀ ਕਿਤਾਬ ਕਰਨ ਦਾ ਫੈਸਲਾ ਕੀਤਾ। ਅਸਲ ਸ਼ੁਰੂ ਵਿੱਚ ਮੈਂ ਇੱਕ ਆਪਣੀ ਹੀ ਮੌਲਿਕ ਕਿਤਾਬ ਕਰਨਾ ਚਾਹੁੰਦੀ ਸੀ ਇਹਦੇ ਤੇ ਪਰ ਫਿਰ ਮੈਨੂੰ ਲੱਗਿਆ ਵੀ ਹਾਂ ਵੀ ਅਜੇ ਤੱਕ ਵੀ ਬਾਕੀ ਕਵੀ ਕਿੱਥੇ ਸੁੱਤੇ ਪਏ ਨੇ, ਵੀ ਉਹਨਾਂ ਨੇ ਵੀ ਨਹੀਂ ਲਿਖਿਆ ਇਹਨਾਂ ਤੇ। ਸੋ ਮੈਂ ਚਾਹੁੰਦੀ ਸੀ ਕਿ ਇਸ ਕਿਤਾਬ ਦੇ ਜ਼ਰੀਏ ਉਹਨਾਂ ਤੋਂ ਵੀ ਕਵਿਤਾਵਾਂ ਲਿਖਵਾਈਆਂ ਜਾਣ, ਉਹਨਾਂ ਨੂੰ ਵੀ ਜਗਾਇਆ ਜਾਵੇ ਕਿ ਹਾਂ ਆਓ ਇਹਨਾਂ ਤੇ ਕੋਈ ਕਵਿਤਾ ਲਿਖੀਏ। ਬਹੁਤ ਵਧੀਆ ਤੁਹਾਡਾ ਉਪਰਾਲਾ। ਮੈਂ ਵੀ ਤੁਹਾਡੇ ਤੋਂ ਪ੍ਰਭਾਵਿਤ ਹੋਈ। ਜਿੰਨੀ ਸਿਫਤ ਤੁਹਾਡੀ ਕੀਤੀ ਜਾਵੇ ਬਹੁਤ ਘੱਟ ਆ। ਬਹੁਤ ਵਧੀਆ। ਸੋ ਹਰਦੀਪ ਜੀ, ਕਿੰਨਰਾਂ ਨਾਲ ਮੁਲਾਕਾਤ ਦੌਰਾਨ ਕਿੰਨਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਤੇ ਉਹਨਾਂ ਦਾ ਤੁਹਾਡੇ ਪ੍ਰਤੀ ਵਿਹਾਰ ਕਿਹੋ ਜਿਹਾ ਰਿਹਾ, ਇਹ ਜ਼ਰੂਰ ਦੱਸੋ।
ਹਾਂਜੀ, ਜਦੋਂ ਮੈਂ ਕਿੰਨਰਾਂ ਨਾਲ ਮੁਲਾਕਾਤਾਂ ਕਰਨ ਜਾਣਾ ਸੀ, ਜਦੋਂ ਮੈਂ ਆਪਣੀ ਪਹਿਲੀ ਮੁਲਾਕਾਤ ਕਰਨੀ ਸੀ ਕਿੰਨੂ ਮਹਾਂਤੇ ਜੀ ਨਾਲ ਹਾਂਜੀ ਕਰਨੀ ਸੀ, ਸਭ ਤੋਂ ਪਹਿਲਾਂ ਮੈਨੂੰ ਮੁਸ਼ਕਿਲ ਆਈ ਇਹਨਾਂ ਦੇ ਫੋਨ ਨੰਬਰ ਲੈਣ ਦੀ। ਅੱਛਾ ਇਹਨਾਂ ਦਾ ਜੀ। ਫੋਨ ਨੰਬਰ ਨਹੀਂ ਛੇਤੀ ਮਿਲਦਾ, ਬੜੀ ਹਾਂਜੀ ਮੁਸ਼ਕਿਲ ਨਾਲ ਇਹਨਾਂ ਦੇ ਨੰਬਰ ਲੈਤੇ। ਬਿਲਕੁਲ ਬਿਲਕੁਲ। ਜਦ ਮੈਂ ਕਿੰਨੂ ਮਹਾਂਤ ਜੀ ਨਾਲ ਪਹਿਲੀ ਮੁਲਾਕਾਤ ਕਰਨੀ ਸੀ ਤਾਂ ਮੈਨੂੰ ਫੋਨ ਕੀਤਾ ਤਾਂ ਉਹਨਾਂ ਨੇ ਇਹ ਕਹਿ ਕੇ ਕੱਟ ਦਿੱਤਾ ਕਿ ਮੈਂ ਤੁਹਾਡੇ ਨਾਲ ਬਾਅਦ 'ਚ ਗੱਲ ਕਰਦੀ ਹਾਂ। ਅੱਛਾ ਜੀ। ਫਿਰ ਮੈਂ ਰਾਤ ਨੂੰ 8 8:30 ਵਜੇ ਉਹਨਾਂ ਨੂੰ ਫਿਰ ਫੋਨ ਕੀਤਾ ਤਾਂ ਉਹ ਬੜੀ ਭਾਵੁਕ ਜਿਹੇ ਹੋ ਗਏ, ਰੋਣ ਲੱਗ ਗਏ ਉਹ ਮੇਰੇ ਕੋਲ। ਓ ਅੱਛਾ ਤੇ ਰੋਂਦੇ ਰੋਂਦੇ ਨੇ ਉਹਨਾਂ ਨੇ ਕਿਹਾ ਕਿ ਠੀਕ ਹੈ ਭੈਣੇ ਤੂੰ ਆ ਜਾਈਂ ਕੱਲ੍ਹ ਨੂੰ। ਠੀਕ ਹੈ ਜੀ। ਹਾਂਜੀ, ਮਤਲਬ ਬੜਾ ਦਰਦ ਜਾਂ ਪਤਾ ਨਹੀਂ ਉਹਨਾਂ ਨੂੰ ਮੈਂ ਪਤਾ ਨਹੀਂ। ਹਾਂਜੀ, ਤੇ ਜਦ ਮੈਂ ਉਹਨਾਂ ਕੋਲੇ ਗਈ ਮਤਲਬ ਬਹੁਤ ਵੱਡਾ ਇੱਕ ਚੈਲੰਜ ਆ ਸੀ ਮੇਰੇ ਲਈ। ਕਦੇ ਮੈਂ ਗਈ ਨਹੀਂ ਅੱਜ ਤੱਕ ਕਿਸੇ ਡੇਰੇ 'ਚ ਨਹੀਂ ਗਈ, ਕਿਸੇ ਕਿੰਨਰ ਨੂੰ ਨਹੀਂ ਮਿਲੀ। ਤੇ ਬਹੁਤ ਵੱਡਾ ਚੈਲੰਜ ਸੀ ਉਹਨਾਂ ਕੋਲੇ ਜਾਣਾ, ਉਹਨਾਂ ਕੋਲੇ ਬੈਠਣਾ। ਸਭ ਤੋਂ ਵੱਡਾ ਚੈਲੰਜ ਸੀ ਜੋ ਮੈਂ ਜਾਣਨਾ ਚਾਹੁੰਦੀ ਸੀ। ਮੈਨੂੰ ਲੱਗਦਾ ਸੀ ਮੇਰੇ ਪਾਠਕ ਵੀ ਉਹੀ ਜਾਣਨਾ ਚਾਹੁੰਦੇ ਹੋਣਗੇ। ਸੋ ਉਹਨਾਂ ਦੇ ਅੰਦਰ ਉਹ ਸਵਾਲਾਂ ਦੇ ਜਵਾਬ ਕਢਾਉਣਾ ਇੱਕ ਬਹੁਤ ਵੱਡਾ ਚੈਲੰਜ ਸੀ ਮੇਰੇ ਲਈ। ਬਹੁਤ ਸਾਰੀ ਨਹੀਂ ਜੀ, ਬਹੁਤ ਵਧੀਆ ਉਪਰਾਲਾ ਤੁਹਾਡਾ, ਬਹੁਤ ਹੀ ਵਧੀਆ। ਹਾਂਜੀ, ਤੇ ਬਹੁਤ ਮੁਸ਼ਕਿਲਾਂ ਆਈਆਂ ਇਹਨਾਂ ਨੂੰ, ਇਹ ਮੁਸ਼ਕਿਲਾਂ ਮੈਨੂੰ ਬਹੁਤ ਆਈਆਂ। ਕੁਝ ਚੰਗਾ ਕਰਨ ਦੇ ਲਈ ਮੁਸ਼ਕਿਲਾਂ ਤੇ ਆਉਣ, ਪਰ ਵਿਵਹਾਰ ਉਹਨਾਂ ਦਾ ਵਧੀਆ ਰਿਹਾ ਮੇਰੇ ਪ੍ਰਤੀ। ਅੱਛਾ ਜੀ। ਵਧੀਆ ਵਿਵਹਾਰ ਰਿਹਾ, ਬਹੁਤ ਸਪੋਰਟ ਕੀਤੀ ਉਹਨਾਂ ਨੇ। ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਉਹਨਾਂ ਦੀ ਕਿ ਉਹਨਾਂ ਨੇ ਮੈਨੂੰ ਬਹੁਤ ਇੰਪੋਰਟੈਂਟ ਜਿਹੜੀ ਆਪਣੇ ਬਾਰੇ ਜਾਣਕਾਰੀ ਹੈ, ਈਵਨ ਪ੍ਰਾਈਵੇਟ ਜਿਹੜੀ ਇਨਫੋਰਮੇਸ਼ਨ ਆ ਉਹ ਵੀ ਮੇਰੇ ਨਾਲ ਸ਼ੇਅਰ ਕੀਤੀ। ਅੱਛਾ ਜੀ। ਮੈਂ ਬਹੁਤ ਧੰਨਵਾਦ ਕਰਦੀ ਹਾਂ ਉਹਨਾਂ ਦਾ। ਹਾਂਜੀ ਹਾਂਜੀ ਬਿਲਕੁਲ। ਹਾਂਜੀ ਬਾਬਾ ਜੀ, ਤੁਸੀਂ ਬਰਨਾਲੇ ਇੱਕ ਨਵੀਂ ਸਭਾ ਦਾ ਗਠਨ ਕੀਤਾ ਹੈ, ਉਸ ਸਭਾ ਬਾਰੇ ਦੱਸੋ। ਉਸ ਸਭਾ ਦੇ ਕੀ ਉਦੇਸ਼ ਹਨ? ਹਾਂਜੀ, ਜਿਸ ਸਾਹਿਤ ਸਭਾ ਦੀ ਤੁਸੀਂ ਗੱਲ ਕਰ ਰਹੇ ਹੋ ਉਸਦਾ ਨਾਮ ਹੈ ਇਸਤਰੀ ਲਿਖਾਰੀ ਸਭਾ ਬਰਨਾਲਾ। ਹਾਂਜੀ। ਇਹ ਸਭਾ ਜਿਹੜੀ ਬਣਾਉਣ ਦੀ ਆਵਾਜ਼ ਹੈ ਜਿਹੜੀ ਉਹ ਮੈਂ ਉਠਾਈ ਸੀ ਬਰਨਾਲੇ ਵਿੱਚ, ਕਿਉਂਕਿ ਮੈਂ ਮਹਿਸੂਸ ਕੀਤਾ ਕਿ ਬਰਨਾਲੇ ਵਿੱਚ ਪਹਿਲਾਂ ਤੋਂ ਹੀ 24 ਸਾਹਿਤਕ ਸਭਾਵਾਂ ਚੱਲ ਰਹੀਆਂ ਨੇ, ਪਰ ਇਸਤਰੀਆਂ ਦੀ ਇੱਕ ਵੀ ਸਭਾ ਨਹੀਂ ਹੈ ਜੀ। ਸੋ ਇਸ ਦੀ ਜਿਹੜੀ ਆਵਾਜ਼ ਉਹ ਮੈਂ ਉਠਾਈ ਤੇ ਇਸ ਆਵਾਜ਼ ਵਿੱਚ ਮੇਰੀਆਂ ਬਹੁਤ ਸਾਰੀ ਕਵਿਤਰੀਆਂ ਨੇ, ਕਵੀਆਂ ਨੇ ਮੇਰਾ ਸਾਥ ਦਿੱਤਾ ਤੇ ਜਿਨ੍ਹਾਂ ਦੇ ਸਹਿਯੋਗ ਨਾਲ ਮੈਂ ਸਭਾ ਬਣਾਈ। ਇਹ ਸਭਾ ਦਾ ਜਿਹੜਾ ਗਠਨ ਉਹ 9 ਜਨਵਰੀ 2022 ਨੂੰ ਹੋਇਆ ਤੇ ਜਿੱਥੇ ਸਰਵਸੰਮਤੀ ਨਾਲ ਪਰਮਿੰਦਰ ਕੌਰ ਗਿੱਲ ਜੀ ਨੂੰ ਇਸ ਸਭਾ ਦੀ ਪ੍ਰਧਾਨ ਚੁਣਿਆ ਗਿਆ ਤੇ ਸੀਨੀਅਰ ਲੀਗ ਪ੍ਰਧਾਨ ਰਾਜਵੰਤ ਕੌਰ ਜੀ ਨੂੰ ਤੇ ਜਨਰਲ ਸਕੱਤਰ ਇਸ ਸਭਾ ਦੀ ਮੈਂ ਹਾਂ ਜੀ। ਅੱਛਾ ਜੀ, ਬਹੁਤ ਵਧੀਆ ਜੀ। ਅਗਰ ਇਸ ਸਭਾ ਦੇ ਉਦੇਸ਼ ਦੀ ਗੱਲ ਕਰਾਂਗੇ, ਇਸ ਸਭਾ ਦੇ ਕੀ ਉਦੇਸ਼ ਨੇ, ਕੀ ਮਨੋਰਥ ਨੇ? ਹਾਂਜੀ, ਤੇ ਇਸ ਸਭਾ ਦਾ ਇੱਕੋ ਇੱਕ ਮਨੋਰਥ ਹੈ ਕਿ ਕਵੀਆਂ ਨੂੰ ਵੱਧ ਤੋਂ ਵੱਧ ਸਾਹਿਤ ਨਾਲ ਜੋੜਨਾ, ਇਸ ਸਾਹਿਤ ਨੂੰ ਵੱਧ ਤੋਂ ਵੱਧ ਪ੍ਰਫੁੱਲਿਤ ਕਰਨਾ। ਹਾਂਜੀ, ਨਵੇਂ ਕਵੀਆਂ ਨੂੰ ਇੱਕ ਪਲੇਟਫਾਰਮ ਮੁਹੱਈਆ ਕਰਾਉਣਾ। ਹਾਂਜੀ, ਬਹੁਤ ਵਧੀਆ ਗੱਲ, ਤੁਸੀਂ ਮਾਂ ਬੋਲੀ ਦੀ ਸੇਵਾ ਨਿਭਾ ਰਹੇ ਹੋ, ਬਹੁਤ ਹੀ ਵਧੀਆ। ਹਾਂਜੀ। ਸੋ ਬਾਬਾ ਜੀ, ਹੁਣ ਤੱਕ ਤੁਹਾਨੂੰ ਕਿਹੜੇ ਕਿਹੜੇ ਮਾਣ ਸਨਮਾਨ ਮਿਲੇ ਹਨ? ਹਾਂਜੀ, ਅਗਰ ਮੈਂ ਮਾਣ ਸਨਮਾਨਾਂ ਦੀ ਗੱਲ ਕਰਾਂ ਤਾਂ ਸਭ ਤੋਂ ਵੱਡਾ ਮਾਣ ਸਨਮਾਨ ਤਾਂ ਪਾਠਕਾਂ ਵੱਲੋਂ ਜਿਹੜਾ ਆਪਾਂ ਸਾਹਿਤ ਲਿਖਦੇ ਹਾਂ ਉਹ ਪਸੰਦ ਕਰਦੇ ਨੇ, ਉਹੀ ਆਪਣੇ ਲਈ ਬੜਾ ਮਾਣ ਸਨਮਾਨ ਹੁੰਦਾ ਜੀ। ਬਹੁਤ। ਅਗਰ ਮੈਂ ਆਪਣੀ ਪਹਿਲੀ ਕਿਤਾਬ ਦੀ ਗੱਲ ਕਰਾਂ ਤਾਂ ਉਸ ਲਈ ਮੈਨੂੰ ਮਨਾਮੁਖੀ ਪਿਆਰ ਮਿਲਿਆ। ਹਾਂਜੀ। ਮੈਂ ਆਪਣੀ ਵੈਸੇ ਇਹ ਜਿਹੜੀ ਕਿਤਾਬਾਂ ਆਪਾਂ ਛਪਾਉਂਦੇ ਹਾਂ ਕਿਸੇ ਦੇ ਨਫਾ ਨੁਕਸਾਨ ਲਈ ਨਹੀਂ ਕਰਦੇ ਆਪਾਂ। ਹਾਂਜੀ। ਪਰ ਫਿਰ ਵੀ ਮੈਂ ਇੱਥੇ ਜ਼ਰੂਰ ਦੱਸਣਾ ਚਾਹੂੰਗੀ ਕਿ ਮੈਂ ਆਪਣੀ ਕਿਤਾਬ 18-20 ਹਜ਼ਾਰ ਵਿੱਚ ਛਪਾਈ ਸੀ ਤੇ ਜਿਸ ਨੂੰ ਖਰੀਦ ਕੇ ਪੜ੍ਹਿਆ ਗਿਆ। ਜਿਸ ਤੋਂ ਮੈਂ 11,000 ਤੱਕ ਇਸ ਕਿਤਾਬ ਤੋਂ ਮੈਂ ਕਮਾਈ ਕਰ ਚੁੱਕੀ ਹਾਂ। ਅੱਛਾ ਜੀ। ਹਾਂਜੀ, ਮਤਲਬ ਇਹ ਬਹੁਤ ਵੱਡੀ ਖੁਸ਼ਖਬਰੀ ਆ ਕਿ ਪਾਠਕ ਖਰੀਦ ਕੇ ਪੜ੍ਹ ਰਹੇ ਨੇ ਸਾਹਿਤ ਨੂੰ। ਹਾਂਜੀ ਜੀ, ਬਿਲਕੁਲ। ਹਾਂਜੀ, ਬਹੁਤ ਖੁਸ਼ੀ ਹੁੰਦੀ ਆ। ਹਾਂਜੀ। ਸੋ ਫਿਰ ਵੀ ਅਗਰ ਤੁਸੀਂ ਸਨਮਾਨਾਂ ਦੀ ਗੱਲ ਕਰਦੇ ਹੋ ਤਾਂ ਮੈਨੂੰ ਬਹੁਤ ਸਾਰੇ ਸਨਮਾਨ ਮਿਲੇ ਨੇ ਜੀ। ਮਾਲਵਾ ਸਾਹਿਤ ਸਭਾ ਬਰਨਾਲਾ ਵੱਲੋਂ ਸਨਮਾਨ ਮਿਲਿਆ, ਭਾਸ਼ਾ ਵਿਭਾਗ ਪੰਜਾਬ ਵੱਲੋਂ ਸਨਮਾਨ ਮਿਲਿਆ। ਸਭ ਤੋਂ ਵੱਡਾ ਸਨਮਾਨ ਹੈ ਜਿਹੜਾ ਮੈਨੂੰ ਮਿਲਿਆ ਸਰਦਾਰਨੀ ਹਰਲਾਭ ਕੌਰ ਯਾਦਗਾਰੀ ਪੁਰਸਕਾਰ 28 ਨਵੰਬਰ 2021 ਵਿੱਚ ਮਿਲਿਆ। ਅੱਛਾ ਜੀ। ਇਸ ਤੋਂ ਇਲਾਵਾ ਗ੍ਰਾਮ ਪੰਚਾਇਤ ਸ਼ਹਿਣਾ ਵੱਲੋਂ ਮੈਨੂੰ ਸਨਮਾਨ ਮਿਲਿਆ। ਜੀ ਜੀ, ਬਹੁਤ ਵਧੀਆ, ਕੰਗ੍ਰੈਚੁਲੇਸ਼ਨ ਜੀ। ਸਨਮਾਨ, ਸ਼ੁਕਰੀਆ ਜੀ। ਹਰਦੀਪ ਜੀ, ਜਦੋਂ ਕਿਸੇ ਵੀ ਰਚਨਾ ਦਾ ਤਾਣਾ ਬਣਨ ਤੁਹਾਡੇ ਮਨ ਅੰਦਰ ਫੁੱਟਦਾ ਹੈ ਤਾਂ ਕਿੰਨੇ ਕੁ ਸਮੇਂ ਤੱਕ ਉਲਝਣ ਤੋਂ ਬਾਅਦ ਉਹ ਸਫ਼ਿਆਂ ਦੀ ਜ਼ਮੀਨ ਉੱਪਰ ਆਉਂਦਾ ਹੈ, ਇਹ ਦੱਸੋ ਜੀ। ਹਾਂਜੀ, ਕਈ ਵਾਰ ਆਪਣੇ ਮਨ ਵਿੱਚ
ਕਵਿਤਾਵਾਂ ਜਦੋਂ ਆਉਂਦੀਆਂ ਨੇ ਹਾਂਜੀ ਕਈ ਵਾਰ ਤਾਂ ਕੋਈ ਜ਼ਿਆਦਾ ਸਮਾਂ ਨਹੀਂ ਲੱਗਦਾ, ਉਹ ਇੱਕਦਮ ਹੀ ਕਾਗਜ਼ ਤੇ ਉਤਰ ਜਾਂਦੀਆਂ ਨੇ। ਜੀ ਪਰ ਬਿਲਕੁਲ ਕੋਈ ਬਿਲਕੁਲ ਰਚਨਾ ਤੁਹਾਨੂੰ ਇੰਨੀ ਜ਼ਿਆਦਾ ਪਰੇਸ਼ਾਨ ਕਰਦੀ ਆ, ਹਰ ਟਾਈਮ ਤੁਹਾਡੇ ਮਨ 'ਚ ਉਹ ਚੱਲਦੀ ਰਹਿੰਦੀ ਆ, ਉਸਨੂੰ ਸਮਾਂ ਹਾਂਜੀ ਲੱਗ ਜਾਂਦਾ, ਉਸਨੂੰ 4-5 ਦਿਨ ਵੀ ਲੱਗ ਸਕਦੇ ਨੇ, ਈਵਨ ਉਸਨੂੰ ਮਹੀਨਾ ਵੀ ਲੱਗ ਸਕਦਾ ਹੈ। ਹਾਂਜੀ ਸੋ ਇੱਕ ਮੈਂ ਰਚਨਾ ਲਿਖੀ ਸੀ ਜਿਸ ਵਿੱਚ ਮੈਂ ਇੱਕ ਰੇਪ ਪੀੜਤ ਲੜਕੀ ਦੀ A to Z ਉਹਦੀ ਹਾਲਤ, ਮਾਨਸਿਕ ਹਾਲਤ ਵੀ ਬਿਆਨ ਕਰਨੀ ਸੀ, ਉਹਦੀ ਸਰੀਰਕ ਹਾਲਤ ਵੀ ਬਿਆਨ ਕਰਨੀ ਸੀ। ਹਾਂਜੀ ਹਾਂਜੀ, ਉਸਨੂੰ ਇੱਕ ਸ਼ਕਤੀ ਦੇ ਰੂਪ ਵਿੱਚ ਮੈਂ ਪੇਸ਼ ਕਰਨਾ ਸੀ। ਉਸ ਕਵਿਤਾ ਨੂੰ ਲਿਖਣ ਲੱਗਿਆ ਮੈਨੂੰ 1 ਮਹੀਨਾ ਲੱਗ ਗਿਆ ਸੀਗਾ। ਜੀ ਉਹ 1 ਮਹੀਨੇ ਬਿਲਕੁਲ ਤੱਕ ਬਿਲਕੁਲ, ਮੇਰੇ ਮੈਂ ਅੰਦਰ ਹੀ ਮਹਿਸੂਸ ਚੱਲਦੀ ਕਰ ਰਹੀ। ਸਕਦੀ ਹਾਂ ਕਿਉਂਕਿ ਮੈਂ ਆਪ ਖੁਦ ਲਿਖਦੀ ਹਾਂ ਵੀ ਹਾਂਜੀ ਗਜ਼ਲਾਂ, ਗੀਤ, ਕਵਿਤਾਵਾਂ ਲਿਖਦੀ ਹਾਂ। ਕਈ ਵਾਰ ਤਾਂ ਬਹੁਤ ਟਾਈਮ ਲੈ ਜਾਂਦੀਆਂ ਨੇ ਕਵਿਤਾਵਾਂ ਦੇ, ਕਈ ਵਾਰ 1 ਮਿੰਟ ਵਿੱਚ ਹੀ ਅਸੀਂ ਲਿਖ ਕੇ ਬੰਨੇ ਹੋ ਜਾਂਦੇ ਹਾਂ, ਹਾਂ। ਬਿਲਕੁਲ ਹੋ ਜਾਂਦੇ ਹਾਂ। ਹਾਂਜੀ ਬਿਲਕੁਲ। ਹਾਂਜੀ ਸੋ ਹਰਦੀਪ ਬਾਵਾ ਜੀ, ਤੁਸੀਂ ਸੁਣ ਰਹੇ ਸਾਰੇ ਸਰੋਤਿਆਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ? ਹਾਂਜੀ, ਮੈਂ ਸੁਣ ਰਹੇ ਸਰੋਤਿਆਂ ਨੂੰ ਅਸੀਂ ਕੀ ਸੰਦੇਸ਼ ਦੇਣਾ ਚਾਹੂੰਗੀ ਕਿ ਵੱਧ ਤੋਂ ਵੱਧ ਸਾਹਿਤ ਪੜ੍ਹੋ, ਕਿਤਾਬਾਂ ਪੜ੍ਹੋ। ਕਿਤਾਬਾਂ ਤੋਂ ਵਧੀਆ ਕੋਈ ਦੋਸਤ ਨਹੀਂ ਹੈਗਾ, ਉਸਨੂੰ ਆਪਣੀ ਦੋਸਤ ਬਣਾਓ ਆਪਣੇ। ਤੇ ਇੱਕ ਗੱਲ ਮੈਂ ਹੋਰ ਇਸ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਮੈਂ ਮਾਤਾ ਪਿਤਾ ਨੂੰ ਇੱਕ ਸੰਦੇਸ਼ ਦੇਣਾ ਚਾਹੁੰਦੀ ਹਾਂ ਕਿ ਇਹ ਮੈਂ ਹਮੇਸ਼ਾ ਬੋਲਦੀ ਹਾਂ ਕਿ ਅਗਰ ਤੁਹਾਡੇ ਬੱਚੇ ਵਿੱਚ ਕੋਈ ਟੈਲੈਂਟ ਹੈ ਤਾਂ ਉਸਨੂੰ ਦਬਾਓ ਨਾ, ਉਸਨੂੰ ਉੱਧਰ ਚੱਲਣ ਦਿਓ ਉਹਨੂੰ। ਹਾਂਜੀ ਬਿਲਕੁਲ। ਹਾਂਜੀ, ਉਸ ਤੇ ਆਪਣੀਆਂ ਖੁਆਇਸ਼ਾਂ ਨਾ ਥੋਪੋ ਵੀ ਹਾਂ ਤੂੰ ਇਹੀ ਬਣਨਾ ਗਾ, ਅਸੀਂ ਤੈਨੂੰ ਏਦਾਂ ਹੀ ਬਣਦੇ ਹੋਏ ਦੇਖਣਾ ਚਾਹੁੰਦੇ ਹਾਂ। ਹਾਂਜੀ ਹਾਂਜੀ, ਜੋ ਉਸਦਾ ਟੈਲੈਂਟ ਹੈ ਉਸਨੂੰ ਨਿਖਰਨ ਦਿਓ, ਹਾਂਜੀ ਚੱਲਣ ਦਿਓ ਜੋ ਕਰਨਾ ਚਾਹੁੰਦਾ ਹੈ। ਜੀ ਜੀ ਬਿਲਕੁਲ। ਸੋ ਹਰਦੀਪ ਬਾਵਾ ਜੀ, ਅੱਜ ਦਿਲ ਦੀਆਂ ਗੱਲਾਂ ਪ੍ਰੋਗਰਾਮ ਵਿੱਚ ਤੁਹਾਡੇ ਨਾਲ ਗੱਲਬਾਤ ਕਰਕੇ ਸਾਨੂੰ ਬਹੁਤ ਹੀ ਵਧੀਆ ਲੱਗਾ, ਬਹੁਤ ਕੁਝ ਸਿੱਖਣ ਨੂੰ ਮਿਲਿਆ ਤੁਹਾਡੇ ਕੋਲੋਂ। ਸੋ ਬਹੁਤ ਖੁਸ਼ੀ ਹੋਈ। ਧੰਨਵਾਦ ਜੀ, ਤੁਸੀਂ ਆਪਣਾ ਕੀਮਤੀ ਸਮਾਂ ਸਾਡੇ ਲਈ ਕੱਢਿਆ, ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਸ਼ੁਕਰੀਆ ਜੀ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿਰਨ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸੋ ਇਹ ਸੀ ਹਰਦੀਪ ਬਾਵਾ ਜੀ। ਜਲਦ ਹੀ ਇੱਕ ਹੋਰ ਲੇਖਿਕਾ ਦੇ ਨਾਲ ਰੂਬਰੂ ਕਰਵਾਵਾਂਗੀ। ਤਦ ਤੱਕ ਲਈ ਨਮਸਕਾਰ, ਆਦਾਬ, ਸਤਿ ਸ਼੍ਰੀ ਅਕਾਲ। ਹੱਸਦੇ ਰਹੋ, ਵਸਦੇ ਰਹੋ, ਖਿਆਲ ਰੱਖੋ ਆਪਣਾ ਤੇ ਆਪਣੇ ਪਰਿਵਾਰ ਦਾ।